दूरदर्शन ते प्रोग्राम मेरा पिंड मेरे खेत देख रहे सारे किसान दोस्तों का बहुत बहुत स्वागत। किसान दोस्तों, खेतीबाड़ी सैक्टर ਦੇ ਵਿੱਚ ਜਦੋਂ ਅਸੀਂ ਨਵੀਆਂ ਤਕਨੀਕਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦੀ ਵੀ ਜਿਹੜੀ ਗੱਲ ਸਾਡੇ ਸਾਹਮਣੇ ਆਉਂਦੀ ਆ। ਜਿਵੇਂ ਕਿ ਅੱਜ ਦੇ ਦੌਰ ਵਿੱਚ ਜਿਹੜਾ ਵਾਟਰ ਸਟ੍ਰੈਸ, ਹੀਟ ਸਟ੍ਰੈਸ ਤੇ ਜਿਹੜਾ ਜਲਵਾਯੂ ਦੇ ਵਿੱਚ ਪਰਿਵਰਤਨ ਆ, ਇਹ ਸਾਡੇ ਖੇਤੀਬਾੜੀ ਸੈਕਟਰ ਨੂੰ ਬਹੁਤ ਹੀ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਜਿਹੜਾ ਇਹ ਪ੍ਰਭਾਵਿਤ ਕਰ ਰਿਹਾ। ਇਸ ਦੇ ਕਾਰਨ ਜਿੱਥੇ ਸਾਡੇ ਫਸਲੀ ਝਾੜ ਦੇ ਵਿੱਚ ਅੰਤਰ ਆ ਰਿਹਾ ਔਰ ਸਾਡੇ ਲਈ ਹੋਰ ਮੁਸ਼ਕਲਾਂ ਵੀ ਜਿਹੜੀਆਂ ਪੈਦਾ ਹੋ ਰਹੀਆਂ। ਪਰ ਜੇ ਆਪਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਜਿਹੜਾ ਸਾਡਾ ਸਿੰਚਾਈਯੋਗ ਰਕਬਾ ਸੀ ਉਹ ਤਕਰੀਬਨ 15% ਹੀ ਹੁੰਦਾ ਸੀ। ਹਰੀ ਕ੍ਰਾਂਤੀ ਆਈ, ਨਵੀਆਂ ਤਕਨੀਕਾਂ ਆਈਆਂ, ਬਹੁਤ ਸਾਰੇ ਨਵੇਂ ਰਸਾਇਣ ਆਏ, ਨਵੇਂ ਬੀਜ ਆਏ ਤੇ ਸਾਡੀ ਜਿਹੜੀ ਦੇਸ਼ ਦੀ ਅੰਨ ਸੁਰੱਖਿਆ ਦੇ ਵਿੱਚ ਵੀ ਵਾਧਾ ਹੋਇਆ। ਪਰ ਜਿੱਥੇ ਸਾਡੀ ਅੰਨ ਸੁਰੱਖਿਆ ਦੇ ਵਿੱਚ ਵਾਧਾ ਹੋਇਆ, ਬਹੁਤ ਸਾਰੀਆਂ ਖੋਜਾਂ ਵੀ ਹੋਈਆਂ। ਅਗਰ ਉਹ ਖੋਜਾਂ ਹੋਈਆਂ, ਉਹਨਾਂ ਦਾ ਆਪਸ ਵਿੱਚ ਹੀ ਸੁਮੇਲ ਵੀ ਹੋਇਆ। ਜੇ ਉਸ ਸੁਮੇਲ ਦੀ ਗੱਲ ਕਰੀਏ ਤਾਂ ਬਾਅਦ ਦੇ ਵਿੱਚ ਉਹਨਾਂ ਦਾ ਮੁਲਾਂਕਣ ਕਰਨਾ ਵੀ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਰੂਰਤ ਹੈ। ਇਸੇ ਤਰ੍ਹਾਂ ਦਾ ਵਿਸ਼ਾ ਅਸੀਂ ਲੈ ਕੇ ਅੱਜ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਪਹੁੰਚੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਭਾਰਤ ਦੀ ਅੰਨ ਸੁਰੱਖਿਆ ਅਤੇ ਸਾਡੀ ਖੇਤੀਬਾੜੀ। ਬਹੁਤ ਹੀ ਅਹਿਮ ਵਿਸ਼ਾ ਹੈ ਕਿਉਂਕਿ ਜੇ ਅਸੀਂ ਗਲੋਬਲ ਹੰਡਰ ਇੰਡੈਕਸ ਦੀ ਗੱਲ ਕਰੀਏ ਤੇ ਜਿਹੜੇ ਸਾਡੇ ਭਾਰਤ ਦਾ ਨੰਬਰ ਆ ਉਹ 107ਵਾਂ ਨੰਬਰ ਆਇਆ ਦੁਨੀਆ ਦੇ ਵਿੱਚ। ਇਸ ਤੋਂ ਪਤਾ ਲੱਗਦਾ ਕਿ ਅਸੀਂ ਬਹੁਤ ਪਿੱਛੇ ਹਾਂ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਦਰਮਿਆਨ ਮਾਹਿਰ ਪਹੁੰਚੇ ਨੇ। ਮੈਂ ਉਹਨਾਂ ਦਾ ਸਵਾਗਤ ਕਰਦਾ। ਡਾਕਟਰ ਰਜਿੰਦਰਪਾਲ ਔਲਖ ਜੀ, ਜੋ ਕਿ ਖੇਤੀਬਾੜੀ ਅਫਸਰ ਨੇ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਔਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸੇਵਾ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ, ਅੱਜ ਗੱਲ ਹੋ ਰਹੀ ਹੈ ਭਾਰਤ ਦੀ ਅੰਨ ਸੁਰੱਖਿਆ ਦੀ। ਬਹੁਤ ਵੱਡਾ ਵਿਸ਼ਾ ਹੈ, ਗੰਭੀਰ ਵਿਸ਼ਾ ਆ। ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਜਿਹੜਾ ਭਾਰਤ ਦੀ ਅੰਨ ਸੁਰੱਖਿਆ ਦੀ ਆਪਾਂ ਗੱਲ ਕਰਦੇ ਹਾਂ, ਅੰਨ ਸੁਰੱਖਿਆ ਦੀ ਪਰਿਭਾਸ਼ਾ ਕੀ ਹੈ? ਮਨੁੱਖ ਜਦੋਂ ਦਾ ਹੋਂਦ 'ਚ ਆਇਆ ਉਹ ਅਨਾਜ ਦੀ ਥੁੜ ਦੀ ਪੂਰਤੀ ਲਈ ਜੂਝਦਾ ਰਿਹਾ। ਚਾਹੇ ਉਹ ਮੁੱਢਲਾ ਸਮਾਜ ਸੀਗਾ, ਚਾਹੇ ਮਨੁੱਖ ਜੰਗਲਾਂ 'ਚ ਰਹਿੰਦਾ ਸੀਗਾ। ਉਸ ਤੋਂ ਬਾਅਦ ਗੁਲਾਮਦਾਰੀ ਯੁੱਗ ਆਇਆ, ਫਿਰ ਜਗੀਰਦਾਰੀ ਯੁੱਗ ਆਇਆ, ਫਿਰ ਸਰਮਾਏਦਾਰੀ ਯੁੱਗ ਆਇਆ। ਅੱਜ ਅਸੀਂ ਸਰਮਾਏਦਾਰੀ ਦੀ ਵਿਕਸਿਤ ਸਟੇਜ ਦੇ ਉੱਤੇ ਪਹੁੰਚੇ ਹੋਏ ਹਾਂ। ਔਰ ਪਹਿਲਾਂ ਚੀਜ਼ਾਂ ਦਾ ਵਟਾਂਦਰਾ ਚੀਜ਼ਾਂ ਨਾਲ ਹੁੰਦਾ ਸੀ, ਹੁਣ ਪੈਸੇ ਨਾਲ ਚੀਜ਼ਾਂ ਖਰੀਦੀਆਂ ਜਾਣ ਲੱਗੀਆਂ। ਔਰ ਅੰਨ ਦੀ ਸੁਰੱਖਿਆ ਦਾ ਮਸਲਾ ਆਬਾਦੀ ਦੇ ਵਧਣ ਨਾਲ ਸਾਡੇ ਸਾਹਮਣੇ ਸਦਾ ਦਰਪੇਸ਼ ਰਿਹਾ। ਇੱਕ ਸਮਾਂ ਸੀ ਜਦੋਂ ਲਾਲ ਬਹਾਦਰ ਸ਼ਾਸਤਰੀ ਸੀ ਦੇਸ਼ ਦੇ ਪ੍ਰਧਾਨ ਮੰਤਰੀ, ਤੇ ਉਹਨਾਂ ਨੂੰ ਅਨਾਜ ਦੀ ਥੁੜ ਦੇ ਸਨਮੁਖ ਪਬਲਿਕ ਨੂੰ ਇਹ ਕਹਿਣਾ ਪਿਆ ਸੀਗਾ ਕਿ ਸਾਨੂੰ ਇੱਕ ਦਿਨ ਦਾ ਖਾਣਾ ਰਾਤ ਦਾ ਅਸੀਂ ਨਾ ਖਾਈਏ ਤੇ ਸਾਡਾ ਜਿਹੜਾ ਅਨਾਜ ਆ ਸਾਡੇ ਕੋਲੇ ਥੁੜੂਗਾ ਨਹੀਂ। ਤੇ ਉਸੇ ਤਹਿਤ ਹੀ 60ਵਿਆਂ ਦੇ ਵਿੱਚ PL 480 ਤਹਿਤ ਬਾਹਰੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਇੱਥੇ ਆਈਆਂ ਤੇ ਇੱਥੇ ਅਨਾਜ ਦੀ ਥੁੜ ਦੀ ਜਿਹੜੀ ਆ ਉਹ ਪੂਰਤੀ ਦੀ ਸ਼ੁਰੂਆਤ ਹੋਈ। ਫਿਰ ਹਰਾ ਇਨਕਲਾਬ ਦੀਆਂ ਲਾਮਤਾਂ, ਬਹੁਤ ਲੰਬੀ ਪ੍ਰਕਿਰਿਆ ਦੇ ਵਿੱਚੋਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 1962 ਦੇ ਵਿੱਚ ਹੋਂਦ 'ਚ ਆਉਣਾ। ਫਿਰ ਉਹਦੇ ਵਿੱਚ ਵੱਡੀ ਪੱਧਰ 'ਤੇ ਖੋਜਾਂ ਹੋਣੀਆਂ ਤੇ ਬਹੁਤ ਸਾਰੀਆਂ ਅੰਨ ਸੁਰੱਖਿਆ ਨੂੰ ਚੁਣੌਤੀਆਂ ਨੇ। ਅੰਨ ਸੁਰੱਖਿਆ ਦਾ ਅਸਲ 'ਚ ਮਤਲਬ ਕੀ ਆ ਕਿ ਜਿਹਨੂੰ ਢਿੱਡ ਲੱਗਾ ਉਹਨੇ ਰੋਟੀ ਖਾਣੀ ਆ, ਤੇ ਉਹਨੂੰ ਰੋਟੀ ਮਿਲਦੀ ਕਿ ਨਹੀਂ ਮਿਲਦੀ ਇਹ ਸਮੇਂ-ਸਮੇਂ ਦੇ ਹਾਕਮਾਂ ਨੇ ਉਹਦਾ ਖਿਆਲ ਰੱਖਣਾ। ਸਮੇਂ-ਸਮੇਂ ਦੇ ਪ੍ਰਬੰਧਕਾਂ ਨੇ ਉਹਦੇ ਲਈ ਜੋ ਨੀਤੀਆਂ ਬਣਾਉਣੀਆਂ, ਜੋ ਸਕੀਮਾਂ ਘੜਨੀਆਂ, ਉਹ ਸਾਰੀਆਂ ਸਕੀਮਾਂ ਦੇ ਵਿੱਚ ਸਮੇਂ-ਸਮੇਂ 'ਤੇ ਸੋਧਾਂ ਕਰਨੀਆਂ। ਇਹ ਸਾਰੀ ਜਿਹੜੀ ਆ ਕਿ ਤਾਂ ਕਿ ਹਰ ਬੰਦਾ ਜਿਹੜਾ ਇਸ ਦੁਨੀਆ 'ਤੇ ਆਇਆ ਉਹਨੂੰ ਢਿੱਡ ਭਰ ਕੇ ਰੋਟੀ ਖਾਣ ਨੂੰ ਮਿਲੇ ਤੇ ਉਹਦੀਆਂ ਅਨਾਜ ਦੀਆਂ ਤੇ ਉਹਦੀਆਂ ਜਿਹੜੀਆਂ ਸਰੀਰ ਦੀਆਂ ਲੋੜਾਂ ਨੇ ਪੂਰੀਆਂ ਹੋਣ। ਇਹ ਆ ਅੰਨ ਸੁਰੱਖਿਆ। ਤੇ ਜੇ ਕੋਈ ਬੰਦਾ ਭੁੱਖਾ ਸੌਂਦਾ ਤੇ ਉਹ ਦੇਸ਼ ਅੰਨ ਦੇ ਤੌਰ 'ਤੇ ਸੁਰੱਖਿਅਤ ਨਹੀਂਗਾ। ਸੋ ਡਾਕਟਰ ਸਾਹਿਬ, ਤੁਹਾਡੀ ਗੱਲ ਸਹੀ ਹੈ ਕਿ ਜਿਹੜਾ ਇੱਕ ਮਨੁੱਖ ਆ ਉਹਨੇ ਆਪਣਾ ਢਿੱਡ ਭਰਨ ਲਈ ਰੋਟੀ ਖਾਣੀ ਹੈ ਤੇ ਜਿਹੜਾ ਫੂਡ ਸਿਕਿਉਰਿਟੀ ਆ, ਅੰਨ ਸੁਰੱਖਿਆ, ਇਹ ਹਰ ਇੱਕ ਲਈ ਜ਼ਰੂਰੀ ਹੈ। ਹੁਣ ਡਾਕਟਰ ਸਾਹਿਬ, ਗੱਲ ਇਹ ਆ ਵੀ ਜਦੋਂ ਅਸੀਂ ਅੰਨ ਸੁਰੱਖਿਆ ਦੀ ਗੱਲ ਕਰਦੇ ਹਾਂ, ਇਹਦਾ ਇੱਕ ਸਾਡਾ ਦੇਸ਼ ਹੈ, ਜਿਹੜੀ ਬਹੁਤ ਵੱਡੀ ਸਾਡੀ ਜਨਸੰਖਿਆ ਆ। ਅੱਜ ਅਰਬਨਾਈਜੇਸ਼ਨ ਹੋ ਰਹੀ ਹੈ, ਸ਼ਹਿਰੀਕਰਨ ਹੋ ਰਿਹਾ, ਵਾਹੀਯੋਗ ਰਕਬਾ ਕੋਈ ਘਟ ਰਿਹਾ। ਇਹ ਦੱਸੋ ਵੀ ਜਿਹੜੀ ਅੰਨ ਸੁਰੱਖਿਆ ਇਹ ਕਿੰਨੀ ਕੁ ਜ਼ਰੂਰੀ ਹੈ? ਅੰਨ ਸੁਰੱਖਿਆ ਤੇ ਜਿਉਂਦੇ ਰਹਿਣ ਲਈ ਜ਼ਰੂਰੀ ਆ। ਸਾਨੂੰ ਢਿੱਡ ਲੱਗਾ ਹਰ ਜੀਅ ਜਿਹੜਾ, ਇਕੱਲਾ ਅਸੀਂ ਨਹੀਂ, 3 ਕਰੋੜ ਤੋਂ ਲੈ ਕੇ 10 ਕਰੋੜ ਤੱਕ ਦੁਨੀਆ ਦੇ ਜੀਵ ਨੇ, ਚਾਹੇ ਉਹ ਮਨੁੱਖ ਆ, ਚਾਹੇ ਪਸ਼ੂ ਨੇ, ਪੰਛੀ ਨੇ, ਸਾਰੇ ਜਿਹੜੇ ਆ ਉਹ ਅੰਨ 'ਤੇ ਨਿਰਭਰ ਆ। ਇੱਥੋਂ ਹੀ ਉਹਨਾਂ ਨੇ ਅੰਨ ਖਾਣਾ ਤੇ ਇਹਦੀ ਜਿੰਨੀ ਵੱਧ ਤੋਂ ਵੱਧ ਪੈਦਾਵਾਰ, ਵੱਧ ਤੋਂ ਵੱਧ ਖੋਜਾਂ ਨਾਲ, ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨਾਲ ਅਸੀਂ ਕੀਤੀ ਆ, ਇਹ ਕੋਈ ਥੋੜ੍ਹੀ ਨਹੀਂ ਅੰਨ ਸੁਰੱਖਿਆ। ਪਰ ਫਿਰ ਵੀ ਸਾਡੇ ਵਾਸਤੇ ਵੱਡਾ ਮਸਲਾ ਇਸ ਕਰਕੇ ਵੀ ਆ ਕਿ ਜਿਹੜਾ ਅਨਾਜ ਆ ਉਹਦੀ ਖਰੀਦ ਕਰਨ ਵਾਸਤੇ ਲੋਕਾਂ ਦੀ ਖਰੀਦ ਸ਼ਕਤੀ ਨਹੀਂ ਬਣ ਰਹੀ। ਹਰ ਬੰਦਾ ਜਿਹੜਾ ਉਹ ਢਿੱਡ ਤਾਂ ਭਰ ਰਿਹਾ
ਪਰ ਉਹਦੀਆਂ ਜਿਹੜੀਆਂ ਸਰੀਰ ਦੀਆਂ ਨਿਊਟ੍ਰੀਸ਼ਨ ਲੋੜਾਂ ਨੇ, ਉਹਦੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ, ਉਹਦੇ ਸਰੀਰ ਦੀ ਬਿਮਾਰੀਆਂ ਦਾ ਟਾਕਰਾ ਕਰਨ ਲਈ ਇੱਕ ਸਿਹਤਮੰਦ ਮਨੁੱਖ ਜਿਹੜਾ, ਉਹਦੇ ਵਾਸਤੇ ਜੋ ਉਹਨੂੰ ਨਿਊਟ੍ਰੀਸ਼ਨਲ ਡਾਈਟ ਮਿਲਣੀ ਚਾਹੀਦੀ ਆ, ਉਹ ਮਤਲਬ ਜਿਹੜੀ ਆ ਉਹਦੇ 'ਚ ਉਹਦੀ ਪੂਰਤੀ ਨਹੀਂ ਹੋ ਰਹੀ। ਉਹ ਢਿੱਡ ਤਾਂ ਭਰ ਰਿਹਾ ਪਰ ਲੁਕਵੀਂ ਭੁੱਖ ਉਹਦੇ ਅੰਦਰ ਬਰਕਰਾਰ ਆ। ਇਸ ਕਰਕੇ ਹਰ ਪੱਖ ਤੋਂ ਅੰਨ ਸੁਰੱਖਿਆ ਜ਼ਰੂਰੀ ਆ। ਉਹਦੀਆਂ ਵਿਟਾਮਿਨਸ ਦੀਆਂ ਲੋੜਾਂ, ਉਹਦੀਆਂ ਮਿਨਰਲਸ ਦੀਆਂ ਲੋੜਾਂ, ਉਹਦੀਆਂ ਹੋਰ ਜ਼ਰੂਰੀ ਖੁਰਾਕੀ ਤੱਤ, ਡਾਈਟਰੀ ਫਾਈਬਰ ਆ, ਕੈਲਸ਼ੀਅਮ ਆ, ਪੋਟਾਸ਼ੀਅਮ ਆ, ਸਾਰਾ ਕੁਝ ਜੋ ਸਰੀਰ ਨੂੰ ਚਾਹੀਦਾ ਉਹਨੂੰ ਮਿਲਣਾ ਚਾਹੀਦਾ। ਉਹਦੀ ਇੱਕ ਸੰਪੂਰਨ ਖੁਰਾਕ ਉਹਨੂੰ ਮਿਲਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਸੰਪੂਰਨ ਖੁਰਾਕ ਦੀ। ਕੋਵਿਡ ਦੇ ਵਿੱਚ ਅਸੀਂ ਦੇਖਿਆ ਕਿ ਵੀ ਉੱਥੇ ਗੱਲ ਆਈ ਵੀ ਹਾਈ ਇਮਿਊਨਿਟੀ ਦੀ, ਵੀ ਜਿਹੜੀ ਸਾਡੀ ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਆ, ਉਹਦੇ ਲਈ ਇਹ ਸਾਰੇ ਹੀ ਨਿਊਟ੍ਰੀਸ਼ਨ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਸਾਡੀ ਸੰਪੂਰਨ ਖੁਰਾਕ ਆ ਉਹ ਜਦੋਂ ਹੋਏਗੀ ਫਿਰ ਹੀ ਸਾਡਾ ਸਰੀਰ ਆ ਉਹ ਬਿਮਾਰੀਆਂ ਨਾਲ ਲੜਨ ਦੀ ਉਹਦੇ ਵਿੱਚ ਸ਼ਕਤੀ ਹੋਏਗੀ। ਡਾਕਟਰ ਸਾਹਿਬ, ਤੁਸੀਂ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਹੋ। ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਸਕੀਮਾਂ ਸੁਰੱਖਿਆ ਲਈ ਲੈ ਕੇ ਚਲਾਈਆਂ ਜਾਂਦੀਆਂ ਔਰ ਤੁਸੀਂ ਉਹਨਾਂ ਸਕੀਮਾਂ ਦਾ ਹਿੱਸਾ ਵੀ ਬਣਦੇ ਹੋ ਔਰ ਗਰਾਊਂਡ ਲੈਵਲ 'ਤੇ ਉਹਨਾਂ ਨੂੰ ਦੇਖਦੇ ਵੀ ਹੋ। ਵਿਭਾਗ ਦੇ ਵੱਲੋਂ, ਸਰਕਾਰ ਵੱਲੋਂ ਕਿਹੜੀਆਂ ਸਕੀਮਾਂ ਨੇ ਜਿਹੜੀਆਂ ਕਿ ਉਹ ਅੰਨ ਸੁਰੱਖਿਆ ਦੇ ਮੱਦੇਨਜ਼ਰ ਚਲਾਈਆਂ ਜਾ ਰਹੀਆਂ? ਭਾਵੇਂ ਜਿਹੜਾ ਖੇਤੀਬਾੜੀ ਹੈ ਇਹ ਸੂਬੇ ਦਾ ਵਿਸ਼ਾ, ਪਰ ਜਿਹੜੀ ਜੋ ਦੇਸ਼ ਦੀ ਅੰਨ ਸਿਕਿਉਰਿਟੀ ਦੀ ਜਾਂ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਅਸੀਂ ਅੰਨ ਸੁਰੱਖਿਆ ਦੀ ਗੱਲ ਕਰਦੇ ਹਾਂ, ਤੇ ਇਹਦਾ ਮਤਲਬ ਆ ਵੀ ਸਾਡਾ ਜਿਹੜਾ ਦੇਸ਼ ਆ ਉਹਦੇ 'ਚ ਤੁਸੀਂ ਜ਼ਿਕਰ ਵੀ ਕੀਤਾ ਕਿ ਅਸੀਂ ਵੀ 107ਵੇਂ ਨੰਬਰ 'ਤੇ ਆ ਗਏ ਹਾਂ ਹੰਗਰ ਇੰਡੈਕਸ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਇਹ ਸਾਡੇ ਵਾਸਤੇ ਸੱਚੀ-ਮੁੱਚੀ ਚਿੰਤਾ ਦਾ ਵਿਸ਼ਾ ਵਾ ਕਿ ਅਸੀਂ ਜਦੋਂ ਦੁਨੀਆ ਪੱਧਰ 'ਤੇ ਸੋਚਦੇ ਹਾਂ, ਦੁਨੀਆ ਦੇ ਵਿੱਚ ਵੱਡੇ ਪੱਧਰ 'ਤੇ ਗਲੋਬਲਾਈਜੇਸ਼ਨ ਹੋ ਰਹੀ ਆ, ਬਕਾਇਦਾ ਤੌਰ 'ਤੇ WTO ਹੋਂਦ 'ਚ ਆਇਆ, ਉਹਦੇ ਵਿੱਚ ਐਗਰੀਮੈਂਟ ਔਨ ਐਗਰੀਕਲਚਰ ਆਇਆ। ਉਹ ਸਾਰੀਆਂ ਚੀਜ਼ਾਂ ਕੀ ਆਮ ਜਨਤਾ ਵਾਸਤੇ ਲਾਹੇਵੰਦੀਆਂ ਹਨ? ਬੜੇ ਸਵਾਲ ਨੇ। ਸੋ ਇਸ ਕਰਕੇ ਇਹਨਾਂ ਸਾਰੇ ਸਵਾਲਾਂ ਦੇ ਸੰਦਰਭ ਦੇ ਵਿੱਚ ਸਾਨੂੰ ਬੜੀ ਵੱਡੀ ਡਿਬੇਟ ਦੀ ਲੋੜ ਆ ਔਰ ਸਾਨੂੰ ਕਿਹੜੀ ਚੀਜ਼ ਸਾਡੇ ਦੇਸ਼ ਲਈ, ਸਾਡੇ ਦੇਸ਼ ਦੀ ਵੱਡੀ ਆਬਾਦੀ ਲਈ ਵੱਧ ਢੁਕਵੀਂ ਆ, ਉਹਨੂੰ ਵੱਧ ਮਤਲਬ ਤਕੜਾ ਕਰਨਾ ਚਾਹੀਦਾ, ਤੇਜ਼ ਕਰਨਾ ਚਾਹੀਦਾ। ਜਿਹੜੀਆਂ ਸਾਡੇ ਦੇਸ਼ ਦੀ ਵੱਡੀ ਆਬਾਦੀ ਵਾਸਤੇ ਅਜੇ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਨੂੰ ਕੇਂਦਰ ਮੰਨ ਕੇ ਹੀ ਸਾਨੂੰ ਆਪਣੀਆਂ ਸਕੀਮਾਂ ਜਿਹੜੀਆਂ ਉਹ ਲੋਕ ਸਿੱਧਤ ਕਰਨੀਆਂ ਚਾਹੀਦੀਆਂ। ਕਿਉਂਕਿ ਜੇ ਅਸੀਂ ਕਹੀਏ ਵੀ ਸਕੀਮਾਂ ਨਹੀਂ ਬਣੀਆਂ, ਇਹੋ ਜਿਹੀ ਗੱਲ ਨਹੀਂ। ਦੇਸ਼ ਨੇ ਆਜ਼ਾਦੀ ਤੋਂ ਬਾਅਦ ਬਹੁਤ ਵੱਡੀ ਤਰੱਕੀ ਕੀਤੀ ਆ। 5 ਸਾਲਾ ਯੋਜਨਾ ਚੱਲਦੀਆਂ ਰਹੀਆਂ। ਹੁਣ ਸਾਡੇ ਪਹਿਲਾਂ ਪਲੈਨਿੰਗ ਕਮਿਸ਼ਨ ਸੀ, ਹੁਣ ਨੀਤੀ ਆਯੋਗ ਆ ਗਿਆ। ਬਹੁਤ ਵੱਡੇ ਪੱਧਰ ਤੇ ਪਲੈਨਿੰਗ ਹੋ ਰਹੀਆਂ। ਦੇਸ਼ ਵੱਲੋਂ, ਕੇਂਦਰ ਸਰਕਾਰ ਵੱਲੋਂ ਸੈਂਟਰਲੀ ਸਪਾਂਸਰਡ ਸਕੀਮਾਂ ਜਿਹੜੀਆਂ ਕੇਂਦਰੀ ਸਹਾਇਤਾ ਨਾਲ ਚੱਲਦੀਆਂ, ਜਿਹਦੇ 60 ਪੈਸੇ ਕੇਂਦਰ ਪਾ ਰਿਹਾ, 40% ਸੂਬੇ ਨਾਲ ਪਾਉਣੀਆਂ। ਉਹਦੇ ਵਿੱਚ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਸਿੱਧਾ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲਾਗੂ ਆ। ਕੁਝ ਜ਼ਿਲ੍ਹੇ ਕਣਕ ਦੇ ਵਿੱਚ ਨੇ, ਕੁਝ ਦਾਲਾਂ 'ਚ ਨੇ। ਕਿਉਂਕਿ ਜਦੋਂ ਆਪਾਂ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਇਕੱਲਾ ਅਨਾਜ ਨਹੀਂ ਆਉਂਦਾ ਇਹਦੇ 'ਚ। ਇਹਦੇ 'ਚ ਤੇਲ ਬੀਜ ਫਸਲਾਂ, ਇਹਦੇ 'ਚ ਦਾਲਾਂ, ਉਹ ਸਾਰਿਆਂ ਦੀਆਂ ਜਿਹੜੀਆਂ ਸਰੀਰਕ ਲੋੜਾਂ ਨੇ ਮਨੁੱਖ ਦੀਆਂ, ਉਹਨਾਂ ਨੂੰ ਵੀ ਯਕੀਨੀ ਬਣਾਉਣਾ, ਉਹਦੀ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਔਰ ਉਹ ਖਰੀਦ ਸਕੇ, ਉਹਨਾਂ ਨੂੰ ਉਹਦੇ ਵਾਸਤੇ ਉਪਲਬਧ ਹੋ ਸਕਣ। ਇਹ ਸਾਰਿਆਂ ਵਾਸਤੇ ਬੜਾ ਵੱਡਾ ਤੰਤਰ ਆ, ਇੱਕ ਖੋਜ ਦਾ ਤੰਤਰ ਆ। ਫਿਰ ਉਸ ਖੋਜ ਨੂੰ ਕਿਸਾਨ ਦੇ ਖੇਤ ਤੱਕ ਲੈ ਕੇ ਜਾਣਾ। ਵਿਸ਼ੇਸ਼ ਤੌਰ 'ਤੇ ਜਿਸ ਸੇਵਾਵਾਂ ਨਾਲ ਜਿਨ੍ਹਾਂ ਨਾਲ ਮੈਂ ਸੰਬੰਧਿਤ ਹਾਂ, ਅਸੀਂ ਜੋ ਵੀ ਖੇਤੀ ਖੋਜਾਂ ਕਿਸੇ ਵੀ ਖੇਤੀ ਖੋਜ ਕੇਂਦਰ ਦੇ ਵਿੱਚ ਹੋ ਰਹੀਆਂ ਉਹਨਾਂ ਨੂੰ ਤੁਰ ਥੱਲੇ ਕਿਸਾਨ ਦੇ ਖੇਤ ਪੱਧਰ ਤੱਕ ਲਾਗੂ ਕਰਨਾ ਔਰ ਉਹਦੀ ਜ਼ਮੀਨ ਦੀ ਤਸੀਰ ਮੁਤਾਬਕ, ਉਹਦੇ ਪੌਣ ਪਾਣੀ ਮੁਤਾਬਕ ਉੱਥੇ ਹੋ ਸਕਦੀ ਕਿ ਨਹੀਂ ਹੋ ਸਕਦੀ, ਉਹ ਸਾਰਾ ਤਕਨੀਕੀ ਪੱਖ ਤੋਂ ਉਹਨੂੰ ਮਹਾਰਤ ਦੇ ਕੇ, ਉਹਨੂੰ ਸਿੱਖਿਅਤ ਕਰਕੇ ਘੱਟੋ ਘੱਟ ਖੇਤੀ ਲਾਗਤਾਂ ਦੇ ਨਾਲ ਵੱਧ ਤੋਂ ਵੱਧ ਪੈਦਾਵਾਰ ਕਿਵੇਂ ਹੋ ਸਕਦੀ ਆ, ਉਹ ਸਾਰਾ ਜਿਹੜਾ ਉਹਨੂੰ ਕਿਸਾਨ ਨੂੰ ਲੋੜ ਆ। ਕਿਸਾਨ ਬੇਸ਼ੱਕ ਬਹੁਤ ਵਿਕਸਿਤ ਆ, ਹਿੰਦੁਸਤਾਨ ਦਾ ਵੀ, ਵਿਸ਼ੇਸ਼ ਕਰਕੇ ਉੱਤਰੀ ਭਾਰਤ ਦਾ, ਪੰਜਾਬ ਦਾ, ਪਰ ਉਹਨੂੰ ਅਜੇ ਵੀ ਤਕਨੀਕੀ ਪੱਖੋਂ ਹੋਰ ਤਕਨੀਕੀ ਸੇਵਾਵਾਂ ਦੀ ਜਿਹੜੀ ਆ ਉਹ ਲੋੜ ਆ। ਇਹਨਾਂ ਨੂੰ ਵੀ ਤਕੜਾ ਕਰਨ ਦੀ ਲੋੜ ਆ, ਤਕਨੀਕੀ ਸੇਵਾਵਾਂ ਨੂੰ ਵੀ। ਜੀ ਦੱਸੋ, ਤੁਸੀਂ ਗੱਲ ਕੀਤੀ ਆ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੀ, ਹਾਂਜੀ, ਇਸ ਤੋਂ ਇਲਾਵਾ ਹੋਰ ਵੀ ਸਕੀਮਾਂ ਨੇ ਕੋਈ? ਜਿਵੇਂ ਜਿਹੜਾ ਅੰਨ ਦੀ ਸੁਰੱਖਿਆ, ਵੈਸੇ ਤਾਂ ਸਾਰੀਆਂ ਸਕੀਮਾਂ ਜਿਹੜੀਆਂ ਨੇ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਨੇ, ਉਹਦੇ 'ਚ ਖੇਤੀ ਮਸ਼ੀਨਰੀ ਦੀਆਂ ਸਕੀਮਾਂ ਨੇ ਜੀ, ਸਬ ਮਿਸ਼ਨ ਔਨ ਐਗਰੀਕਲਚਰ ਮੈਕਨਾਈਜੇਸ਼ਨ ਆ, ਫਿਰ ਕ੍ਰੌਪ ਰੈਜੀਡਿਊ ਮੈਨੇਜਮੈਂਟ ਸਕੀਮ ਆ। ਕਿਉਂਕਿ ਜੇ ਤੁਸੀਂ ਕ੍ਰੌਪ ਰੈਜੀਡਿਊ ਨੂੰ, ਜਿਹੜਾ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜੋਗੇ, ਵਾਤਾਵਰਨ ਪ੍ਰਭਾਵਿਤ ਹੋ ਰਿਹਾ। ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਜਿਹੜਾ ਸਾਡੇ ਵਾਸਤੇ ਕਲਾਈਮੇਟ ਚੇਂਜ ਵੱਡੀ ਚੁਣੌਤੀ ਆ ਔਰ ਕਲਾਈਮੇਟ ਚੇਂਜ ਤੁਹਾਡੇ ਸਿੱਧੇ ਝਾੜ ਤੇ ਅਸਰ ਪਾ ਰਹੀ ਆ। ਜਦੋਂ ਆਪਾਂ ਅੰਨ ਸੁਰੱਖਿਆ ਦੀ ਗੱਲ ਕਰਦੇ ਆ ਤੇ ਪੈਦਾਵਾਰ ਜਿਹੜੀ ਆ ਉਹਦਾ ਸਿੱਧਾ ਸੰਬੰਧ ਅੰਨ ਸੁਰੱਖਿਆ ਨਾਲ। ਤੇ ਜਦੋਂ ਪੈਦਾਵਾਰ ਪ੍ਰਭਾਵਿਤ ਹੋਏਗੀ ਤੇ ਇਹਦਾ ਮਤਲਬ ਜਿਹੜੀਆਂ ਚੀਜ਼ਾਂ ਪੈਦਾਵਾਰ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹਦੇ ਵਾਸਤੇ ਜਿੰਨੀਆਂ ਵੀ ਸਕੀਮਾਂ ਠੀਕ ਰੱਖਣ ਵਾਸਤੇ ਸਹਾਈ ਹੁੰਦੀਆਂ ਨੇ, ਉਹ ਸਾਰੀਆਂ ਸਕੀਮਾਂ ਅੰਨ ਸੁਰੱਖਿਆ ਨਾਲ ਹੀ ਜੁੜੀਆਂ ਹੋਈਆਂ ਨੇ। ਕ੍ਰੌਪ ਰੈਜੀਡਿਊ ਮੈਨੇਜਮੈਂਟ ਸਕੀਮ ਤੇ ਵੱਡਾ ਪੈਸਾ ਜਿਹੜਾ ਵਾ ਉਹ ਲੱਗ ਰਿਹਾ। ਵੱਡੀ ਪੱਧਰ ਤੇ ਮਸ਼ੀਨਾਂ ਜਿਹੜੀਆਂ ਜ਼ਮੀਨ ਨੂੰ ਵਾਹੇ ਬਿਨਾਂ
ਜ਼ਮੀਨ ਦੇ ਵਿੱਚ ਹੀ ਰਲਾ ਕੇ ਖੇਤੀ ਕਰਦੀ ਆ। ਜ਼ਮੀਨ ਦਾ ਜੈਵਿਕ ਮਾਦਾ ਪਿਛਲੇ ਸਾਲਾਂ ਦੇ ਵਿੱਚ ਇਹ ਜ਼ਮੀਨ ਦੇ ਵਿੱਚ ਵਾਹੁਣ ਰਲਾਉਣ ਨਾਲ ਵਧਿਆ, ਜਿਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਆ। ਕਿਸਾਨਾਂ ਦੀ ਰਸਾਇਣਕ ਖਾਦਾਂ ਤੇ ਨਿਰਭਰਤਾ ਆਉਣ ਵਾਲੇ ਸਮੇਂ 'ਚ ਘਟੇਗੀ, ਉਹਦੀ ਕਾਸਟ ਆਫ ਕਲਟੀਵੇਸ਼ਨ ਘਟੇਗੀ ਇਸ ਸਕੀਮ ਦੀ ਦਾ ਲਾਭ ਲੈਣ ਦੇ ਨਾਲ। ਸੋ ਇਸ ਕਰਕੇ ਇਹ ਇੱਕ ਕੁਲਤਾ ਵਾਲਾ ਤੰਤਰ ਆ, ਜਿਹਦੇ ਵਿੱਚ ਕੁਦਰਤ ਦੇ ਨਾਲ ਸੁਮੇਲ ਦੀ ਖੇਤੀ ਕਰਕੇ ਔਰ ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖ ਕੇ ਪਾਣੀ ਦੀ ਉਪਲਬਧਤਾ, ਜਿੰਨੀ ਸਾਡੀ ਪੈਦਾਵਾਰ ਦਾ ਟੀਚਾ ਉਹ ਪੈਦਾ ਕਰਨ ਵਾਸਤੇ ਕਿੰਨਾ ਪਾਣੀ ਚਾਹੀਦਾ। ਸਾਡੀਆਂ ਜਿੰਨੀਆਂ ਹਾਈ ਯੀਲਡਿੰਗ ਵੈਰਾਈਟੀਜ਼ ਆਈਆਂ ਪ੍ਰੋਗਰਾਮ ਦੇ ਵਿੱਚ ਪਹਿਲਾਂ, ਉਹ ਸਾਰੀਆਂ ਹੀ ਵੱਧ ਪਾਣੀ ਪੀਣ ਵਾਲੀਆਂ ਵੀ ਸੀਗੀਆਂ ਤੇ ਵੱਧ ਖਾਦ ਖਾਣ ਵਾਲੀਆਂ ਵੀ ਸੀਗੀਆਂ। ਸੋ ਇਸ ਕਰਕੇ ਸਾਡੀ ਜਿਹੜੀ ਖੇਤੀ ਖਰਚੇ ਵਧੇ, ਕਾਸਟ ਆਫ ਕਲਟੀਵੇਸ਼ਨ ਵਧੀ, ਉਹਦੇ ਨਾਲ ਵੀ ਜਿਹੜਾ ਅੰਨ ਸੁਰੱਖਿਆ ਦਾ ਸਿੱਧਾ ਸੰਬੰਧ ਆ ਵੀ ਕਿੰਨੀਆਂ ਲਾਗਤਾਂ ਨਾਲ ਕਿੰਨੀ ਪੈਦਾਵਾਰ ਕਰਨੀ ਆ। ਤੇ ਸੋ ਇਸ ਕਰਕੇ ਸਾਡਾ ਇਹ ਵੀ ਇੱਕ ਸਾਡੇ ਸਾਹਮਣੇ ਮਸਲਾ ਵਾ ਕਿ ਤੁਸੀਂ ਕਿਵੇਂ ਘੱਟੋ ਘੱਟ ਖਰਚੇ ਨਾਲ ਵੱਧ ਤੋਂ ਵੱਧ ਪੈਦਾਵਾਰ ਕਰਨੀ ਆ। ਇਹ ਆਉਣ ਵਾਲੇ ਸਮੇਂ ਦੀ ਜਿਹੜੀ ਵੱਡੀ ਮਤਲਬ ਸਾਡੇ ਵਾਸਤੇ ਚੁਣੌਤੀ ਆ। ਚੁਣੌਤੀ ਜ਼ਰੂਰ ਹੈ, ਕਿਉਂਕਿ ਸਮਾਂ ਬਦਲ ਰਿਹਾ। ਬਹੁਤ ਸਾਰੇ ਨਵੇਂ ਜਿਹੜੇ ਆ ਸਾਡੇ ਕੋਲ ਸਕੀਮਾਂ ਦੇ ਨਾਲ ਨਾਲ ਨਵੇਂ ਵਿਕਲਪ ਵੀ ਮਿਲ ਰਹੇ ਆ, ਚਾਹੇ ਉਹ ਖੇਤੀਬਾੜੀ ਸੈਕਟਰ ਹੋਵੇ, ਚਾਹੇ ਆਪਾਂ ਹੋਰ ਸੈਕਟਰਾਂ ਦੀ ਗੱਲ ਕਰੀਏ। ਹੁਣ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਵੀ ਜਿਹੜੀਆਂ ਇਹ ਸਰਕਾਰ ਦੇ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ, ਐਂਡ ਯੂਜ਼ਰ ਤੱਕ ਇਹ ਪਹੁੰਚਦਾ, ਇਹਦੇ ਵਿੱਚ ਕਿਹੜਾ ਸਮਾਨ ਜਾਂ ਕਿਹੜੀਆਂ ਆਪਾਂ ਚੀਜ਼ਾਂ ਜਿਹੜੀਆਂ ਉਪਲਬਧ ਕਰਾਈਆਂ ਜਾਂਦੀਆਂ ਔਰ ਉਹ ਐਂਡ ਯੂਜ਼ਰ ਤੱਕ ਕਿੱਦਾਂ ਪਹੁੰਚਦੀ ਹੈ? ਜਦੋਂ ਆਪਾਂ ਸਰਕਾਰ ਦੀ ਗੱਲ ਕਰਦੇ ਆ ਨਾ, ਤੇ ਇਹਦਾ ਮਤਲਬ ਹੈ ਵੀ ਸਮੁੱਚੇ ਸਮਾਜ ਨੂੰ ਇੱਕ ਖਾਸ ਮਾਲਾ 'ਚ ਪਰੋ ਕੇ ਤੇ ਚਲਾਉਣਾ, ਤੇ ਉਸ ਸਿਸਟਮ ਦੇ ਵਿੱਚ ਜੇ ਕੋਈ ਤੁਹਾਡੇ ਦੇਸ਼ ਦੇ ਵਿੱਚ ਭੁੱਖਾ ਮਰਦਾ, ਉਹਦੇ ਕੋਲੇ ਸਾਧਨਾ ਵੀ ਹੋਣਾ ਤੇ ਉਹਦੇ ਤੱਕ ਖੁਰਾਕ ਪਹੁੰਚਾਉਣਾ, ਇਹ ਬਹੁਤ ਵੱਡਾ ਮਸਲਾ ਸੀ। 60ਵੇਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ PL 480 ਤਹਿਤ ਅਸੀਂ ਬਾਹਰੋਂ ਅਨਾਜ ਮੰਗਾਉਂਦੇ ਸੀ। ਉਦੋਂ ਬਾਅਦ ਜੰਗ ਦੌਰਾਨ ਮੰਗਾਉਂਦੇ ਸੀ, ਜੇ ਜੰਗ ਦੌਰਾਨ ਕੋਈ ਨੁਕਸਾਨ ਹੋ ਜਾਣਾ ਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਸੀਗਾ ਉਹਦੇ ਰਾਹੀਂ ਲੋਕਾਂ ਨੂੰ ਸਸਤੇ ਭਾਅ ਦੇ ਉੱਤੇ ਜਿਹੜੀ ਉਹਨਾਂ ਦੀ ਕੋਈ ਸੈਂਟਰਲ ਇਸ਼ੂ ਪ੍ਰਾਈਸ ਆ ਉਹਦੇ ਨਾਲੋਂ ਵੀ 50-100 ਪੈਸੇ ਘੱਟ ਤੇ ਉਪਲਬਧ ਕਰਾਉਣਾ। ਫਿਰ ਉਹਨਾਂ ਨੇ ਇਸ ਸਿਸਟਮ ਨੂੰ ਹੋਰ ਤਗੜਾ ਕੀਤਾ, ਉਹਨਾਂ ਨੇ ਇਹਨੂੰ ਬਣਾਤਾ ਵੀ ਇਹਦਾ ਸੁਧਰਿਆ ਹੋਇਆ ਰੂਪ ਲੈਣ ਦਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ, ਕਿ ਜਿਹੜੀਆਂ ਕੇਂਦਰ ਸਰਕਾਰ ਆ ਉਹਦੀਆਂ ਏਜੰਸੀਆਂ, ਖਾਸ ਤੌਰ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ, ਉਹ ਜਿਹੜੀ ਆ ਪ੍ਰੋਕਿਓਰ ਕਰੇਗੀ, ਇਹਨੂੰ ਸਟੋਰ ਕਰੇਗੀ ਅਨਾਜ ਨੂੰ, ਤੇ ਜਿੱਥੇ ਜਿੱਥੇ ਲੋੜ ਆ ਉੱਥੇ ਉਹਨਾਂ ਦੀ ਲੋੜ ਮੁਤਾਬਕ ਉਹਨਾਂ ਨੂੰ ਐਲੋਕੇਟ ਕਰੇਗੀ, ਉਹਨਾਂ ਨੂੰ ਵੰਡੇਗੀ ਅੱਗੇ। ਤੇ ਜਿਹੜੀ ਇਹਦੀ ਵੰਡ ਦੀ ਪ੍ਰਣਾਲੀ ਦਾ ਸਮੁੱਚਾ ਸੀਗਾ ਜ਼ਿੰਮੇਵਾਰੀ ਉਹ ਸੂਬਿਆਂ ਦੀ ਸੀਗੀ ਵੀ ਅਨਾਜ ਦੀ ਪ੍ਰੋਕਿਉਰਮੈਂਟ ਪਹਿਲਾਂ ਖਰੀਦਣਾ, ਫਿਰ ਉਹਨੂੰ ਸਟੋਰ ਕਰਨਾ, ਫਿਰ ਉਹਨਾਂ ਸੂਬਿਆਂ ਨੂੰ ਲੋੜ ਮੁਤਾਬਕ ਦੇਣਾ। ਉੱਥੇ ਕਿਹੜੀਆਂ ਗਰੀਬੀ ਦੀ ਰੇਖਾ ਤੋਂ ਘੱਟ ਲੋਕ ਰਹਿ ਰਹੇ ਨੇ, ਕਿੰਨੇ ਟੱਬਰ ਨੇ, ਕਿੰਨੀ ਉਹਨਾਂ ਦੀ ਖਪਤ ਆ। ਹੁਣ ਮਸਲਨ 514 ਗ੍ਰਾਮ ਜਿਹੜਾ ਅਨਾਜ ਆ ਰੋਜ਼ ਇੱਕ ਮਤਲਬ ਬੰਦੇ ਨੂੰ ਲੋੜ ਆ, ਲਗਭਗ 187 ਕਿਲੋ ਬਣਦਾ ਸਾਲ ਦਾ। ਉਹਦੇ ਹਿਸਾਬ ਨਾਲ ਕਿੰਨੇ ਕਿਸਾਨ ਟੱਬਰ ਨੇ, ਕਿੰਨੇ ਸਾਡੇ ਹਾਊਸ ਹੋਲਡ ਨੇ, ਉਹਦੇ ਨਾਲ ਲਾ ਕੇ ਜੋੜੋ ਚੋ ਗਰੀਬੀ ਦੀ ਰੇਖਾ ਤੋਂ ਥੱਲੇ ਕਿੰਨੇ ਨੇ। ਉਹ ਸਾਰਾ ਜਿਹੜਾ ਸਿਸਟਮ ਆ ਉਹਦੇ ਵਿੱਚ ਸਰਕਾਰ ਨੇ ਬਹੁਤ ਵਧੀਆ ਜ਼ਿੰਮੇਵਾਰੀਆਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਨੇ, ਔਰ ਉਹਨਾਂ ਦੇ ਵਿੱਚ ਕਈ ਤਰੁੱਟੀਆਂ ਵੀ ਨੇ। ਉਹਦੇ ਵਿੱਚ ਤਰੁੱਟੀਆਂ ਇਹ ਨਹੀਂ ਹੈ ਵੀ ਸਕੀਮਾਂ 'ਚ ਤਰੁੱਟੀਆਂ ਨੇ, ਸਕੀਮਾਂ ਦੀਆਂ ਤਰੁੱਟੀਆਂ ਤੇ ਸਰਕਾਰਾਂ ਮੌਕੇ ਤੇ ਉਹਦੇ ਸੋਧਾਂ ਕਰਦੀਆਂ ਰਹਿੰਦੀਆਂ। ਤਰੁੱਟੀਆਂ ਨੇ ਉਹਦੇ 'ਚ ਲਾਗੂ ਕਰਨ 'ਚ, ਕੀ ਧੁਰ ਥੱਲੇ ਜਿਵੇਂ ਤੁਸੀਂ ਐਂਡ ਯੂਜ਼ਰ ਤੱਕ ਗੱਲ ਕੀਤੀ ਆ ਵੀ ਕੀ ਜਿਹੜਾ ਅਸਲ ਲਾਭਪਾਤਰੀ ਆ ਉਹਦੇ 'ਚ ਹੂ ਸਕੀਮ ਦੀ ਨਬਜ ਮੁਤਾਬਕ ਜਿਹੜੀ ਆ ਉਹਨੂੰ ਲਾਭ ਪ੍ਰਾਪਤ ਹੋ ਰਿਹਾ ਕਿ ਨਹੀਂ ਹੋ ਰਿਹਾ, ਜਾਂ ਉਹ ਜਿਹੜੀ ਚੀਜ਼ ਦਿੱਤੀ ਜਾ ਰਹੀ ਉਹ ਖਾਣਯੋਗ ਹੈ ਕਿ ਨਹੀਂ ਖਾਣਯੋਗ। ਉਹਦੀ ਕੁਆਲਿਟੀ ਦਾ ਸਵਾਲ ਆ, ਉਹਦੇ ਮਿਆਰ ਦਾ ਸਵਾਲ ਆ। ਉਹਦੇ ਵਾਸਤੇ ਫਿਰ ਬਕਾਇਦਾ ਉਹਨਾਂ ਨੇ ਨਿਯਮ ਨਿਰਧਾਰਿਤ ਕੀਤੇ ਨੇ ਕਿ FCI ਦੇ ਨਾਲ ਸੂਬੇ ਦੇ ਐਕਸਪਰਟ ਜਿਹੜੇ ਆ ਉਹ ਰਲ ਕੇ ਉਹਦਾ ਮਿਆਰ ਵਾਚਣਗੇ। ਉਹ ਬਕਾਇਦਾ ਉਹਦੇ ਵਾਸਤੇ ਉਹਦੀ ਧੁਰ ਥੱਲੇ ਲਾਭਪਾਤਰੀ ਤੱਕ ਪਹੁੰਚਾਉਣ ਲਈ ਫੇਅਰ ਪ੍ਰਾਈਸ ਸ਼ਾਪਸ ਜਿਹਨੂੰ ਡੀਪੂ ਕਹਿੰਦੇ ਆਪਾਂ, ਉਹ ਬਣਾਏ ਹੋਏ ਆ। ਉਹਨਾਂ ਡੀਪੂਆਂ ਦੇ ਵਿੱਚ ਕੋਈ ਐ ਨਹੀਂ ਹੈ ਜਿਹੜਾ ਮਰਜ਼ੀ ਖੋਲ੍ਹ ਸਕਦਾ। ਉਹਦੇ ਵਾਸਤੇ ਬਕਾਇਦਾ ਜ਼ਿਲ੍ਹਾ ਪੱਧਰ ਦੇ ਉੱਤੇ ਜਿਹੜਾ ਡਿਸਟ੍ਰਿਕਟ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਆ ਉਹਦੇ ਕੋਲੇ ਅਰਜੀ ਆਉਂਦੀ ਆ। ਜੇ ਕੋਈ ਡੀਪੂ ਵਾਲਾ ਮਰ ਜਾਂਦਾ ਜਾਂ ਡੀਪੂ ਵਾਲਾ ਛੱਡ ਜਾਂਦਾ, ਜਿੰਨੀ ਖਾਲੀ ਸਾਮੀਆਂ ਨੇ ਉਹਦੇ ਵਾਸਤੇ ਅੱਗੇ ਫਿਰ ਇੱਕ ਉਸੇ ਤਰ੍ਹਾਂ ਜਿਵੇਂ ਆਪਾਂ ਨੂੰ ਰੁਜ਼ਗਾਰ ਦੇ ਵਿੱਚ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਆ, ਉਹਦੇ ਵਾਸਤੇ ਵੀ ਰਿਜ਼ਰਵੇਸ਼ਨ ਆ ਵੀ ਕਿੰਨੀ ਤੁਸੀਂ ਕਿਹਨੂੰ ਡੀਪੂ ਦੇ ਸਕਦੇ ਹੋ। ਤੇ ਉਹ ਸਾਰਾ ਜਿਹੜਾ ਇਹ ਸਿਸਟਮ ਹੈ ਕਿ ਬੜਾ ਸੋਚ ਸਮਝ ਕੇ ਲੰਮੇ ਸਮੇਂ ਦੀ ਵਿਉਂਤਬੰਦੀ ਬਾਅਦ ਇਹ ਤਿਆਰ ਕੀਤਾ ਹੋਇਆ। ਇਹਦੇ 'ਚ ਕੋਈ ਕਮੀਆਂ ਪੇਸ਼ੀਆਂ ਨੇ ਸਮੇਂ ਤੇ ਉਹ ਸੋਧੀਆਂ ਜਾ ਰਹੀਆਂ ਨੇ। ਹਾਂ, ਸਵਾਲ ਤੇ ਇਹ ਆ ਵੀ ਸਾਡੀ ਵਚਨਬੱਧਤਾ ਕੀ ਹੈ ਇਹਨੂੰ ਲਾਗੂ ਕਰਨ ਦੀ। ਸਾਡੇ ਜਿਹੜੇ ਆਮ ਲੋਕ ਨੇ ਉਹ ਇਹਦਾ ਗਲਤ ਕੋਈ ਲਾਭ ਤਾਂ ਨਹੀਂ ਲੈ ਰਹੇ, ਇਹ ਸਵਾਲ ਜ਼ਰੂਰ ਨੇ। ਤੇ ਇੱਕ ਕੋਈ ਬੰਦਾ ਬਾਵਜੂਦ ਸਟੋਰਾਂ ਦੇ ਵਿੱਚ ਸਮਾਨ ਪਏ ਦੇ ਵੀ ਕੋਈ ਭੁੱਖਾ ਤਾਂ ਨਹੀਂ ਮਰ ਰਿਹਾ ਦੇਸ਼ ਦੇ ਵਿੱਚ, ਇਹ ਸਵਾਲ ਜ਼ਰੂਰ ਨੇ। ਉਹ ਮਾਲ ਖਾਣਯੋਗ ਰਹਿਣ ਦੇ ਵਿੱਚ ਦੀ ਹੱਦ ਦੇ ਵਿੱਚ ਹੀ ਲੋਕਾਂ ਤੱਕ ਜਾਵੇ। ਇਹ ਨਹੀਂ ਵੀ ਉੱਥੇ ਖਰਾਬ ਹੋ ਜਾਏ ਤੇ ਫਿਰ ਅਸੀਂ ਕਹੀਏ ਲੋਕ ਭੁੱਖੇ ਮਰਦੇ ਹੋਣ ਤੇ ਉਹ ਸਟੋਰਾਂ ਦੇ ਵਿੱਚ ਖਰਾਬ ਹੋਵੇ। ਇਹ ਸਵਾਲ ਜ਼ਰੂਰ ਹੈਗਾ ਵਾਚਣ ਘੋਖਣ ਦਾ।
ਤੇ ਕੋਈ ਵੀ ਬੰਦਾ ਜਿਹੜਾ ਭੁੱਖਾ ਨਹੀਂ ਸੌਣਾ ਚਾਹੀਦਾ। ਇੱਕ ਨੈਸ਼ਨਲ ਸੈਂਪਲ ਸਰਵੇ ਐਕਸਰਸਾਈਜ਼ ਹੋਈ ਸੀ ਕਾਫੀ ਸਾਲ ਪਹਿਲਾਂ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ ਲੋਕ ਨੇ ਉਹਨਾਂ ਦੇ ਵਿੱਚੋਂ ਵੀ 5% ਲੋਕ ਜਿਹੜੇ ਸੀਗੇ ਉਹਨਾਂ ਨੇ ਉਸ ਵੇਲੇ ਪਾਏ ਜਿਹੜੇ 2 ਡੰਗ ਦੀ ਰੋਟੀ ਨਹੀਂ ਖਾਂਦੇ ਜੀ। ਉਹਨਾਂ ਨੇ ਹੰਗਰ ਸੈਕਸ਼ਨ ਕਿਹਾ, ਭੁੱਖਾ ਮਤਲਬ ਕੋਟਾ ਵੀ ਉਹ ਬੰਦੇ ਭੁੱਖੇ ਹੀ ਸੌਂਦੇ ਆ। ਉਹਨਾਂ ਨੇ ਉਹਨਾਂ ਵਾਸਤੇ ਫਿਰ ਬਕਾਇਦਾ ਤੌਰ ਦੇ ਉੱਤੇ ਐਨਾ ਟੋਡਿਆ ਇੱਕ ਅੰਨਾ ਯੋਜਨਾ ਸ਼ੁਰੂ ਕੀਤੀ, ਜਿਹਦੇ ਵਿੱਚ ਆਮ ਸਕੀਮਾਂ ਨਾਲੋਂ ਵੀ ਸਸਤੇ ਭਾਅ ਦੇ ਉੱਤੇ ਜਿਹੜਾ ਅਨਾਜ ਆ ਉਹਨਾਂ ਨੂੰ ਦੇਣ ਦੀ ਜਿਹੜੀ ਆ ਉਹਦੇ 'ਚ ਉਹ ਪਾਬੰਦ ਰੱਖਿਆ, ਤਾਂ ਕਿ ਉਹਨਾਂ ਲੋਕਾਂ ਨੂੰ ਉਹਦੇ 'ਚ ਬਕਾਇਦਾ ਤੌਰ ਦੇ ਉੱਤੇ ਜਿਹੜਾ ਸੂਬਿਆਂ ਨੂੰ ਇਹ ਕਿਹਾ ਵੀ ਅਸੀਂ ਸਾਰਾ ਕੁਝ ਤੁਹਾਨੂੰ ਦੇਵਾਂਗੇ, ਪਰ ਤੁਸੀਂ ਆਪਣੇ ਤੌਰ ਦੇ ਉੱਤੇ ਇਹਦਾ ਜੋ ਖਰਚਾ ਬੀਅਰ ਕਰੋ, ਤਾਂ ਕਿ ਕੋਈ ਵੀ ਭੁੱਖਾ ਢਿੱਡ ਸੌਣਾ ਨਹੀਂ ਚਾਹੀਦਾ ਜੀ। ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਕੇਂਦਰੀ ਬਹੁਤ ਵੱਡੇ ਪੱਧਰ ਤੇ ਆ, ਬੜਾ ਵੱਡਾ ਤੰਤਰ ਆ, ਮਤਲਬ ਬੜੀ ਮਤਲਬ ਇਹਦੇ ਤੇ ਵਿਸਤਾਰਤ ਗੱਲ ਕੀਤੀ ਜਾ ਸਕਦੀ ਹੈ ਜੀ। ਡਾਕਟਰ ਸਾਹਿਬ, ਜਿਹੜਾ ਇਹ ਸਰਕਾਰ ਦੇ ਵੱਲੋਂ ਸਕੀਮਾਂ ਦੇ ਵਿੱਚ ਸਮਾਨ ਦਿੱਤਾ ਜਾ ਰਿਹਾ, ਤੁਸੀਂ ਦੱਸਿਆ ਵੀ ਇਹਦੇ ਵਿੱਚ ਖਾਲੀ ਕਣਕ ਹੀ ਹੈ ਕਿ ਹੋਰ ਚੀਜ਼ਾਂ ਕੀ ਕੀ ਨੇ? ਇਹਦੇ 'ਚ ਚਾਵਲ ਆ, ਇਹਦੇ 'ਚ ਇੱਥੋਂ ਤੱਕ ਪਕਾਉਣ ਵਾਸਤੇ ਜਿਹੜਾ ਕੈਰੋਸੀਨ ਤੇਲ ਆ ਉਹ ਵੀ ਇਹਦੇ 'ਚ ਦਿੱਤਾ ਜਾਂਦਾ, ਖੰਡ ਆ, ਕਣਕਾਂ, ਚਾਵਲ ਆ। ਮੁੱਖ ਤੌਰ ਤੇ ਪੰਜਾਬ ਦੇ ਵਿੱਚ ਇਹੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਤੇ ਚਾਹੀਦਾ ਤੇ ਇਹ ਆ ਕਿ ਮਤਲਬ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਕਾਉਣ ਵਾਸਤੇ ਤੇਲ ਚਾਹੀਦੇ ਨੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਚੀਜ਼ਾਂ ਵੀ ਉਪਲਬਧ ਹੋਣੀ ਚਾਹੀਦੀਆਂ, ਤਾਂ ਕਿ ਉਹਨਾਂ ਦੀ ਸੰਪੂਰਨ ਖੁਰਾਕ ਹੀ ਢਿੱਡ ਭਰਨ ਜੋਗੀ ਨਾ ਹੋਵੇ, ਉਹਨਾਂ ਨੂੰ ਹਰ ਪੱਖ ਤੋਂ ਸੰਪੂਰਨ ਖੁਰਾਕ ਜਿਹੜੀ ਉਹਨਾਂ ਦੇ ਢਿੱਡ 'ਚ ਪਵੇ। ਇੱਕ ਤੰਦਰੁਸਤ ਨਾਗਰਿਕ ਅਸੀਂ ਜਿਹੜਾ ਵਾ ਉਹ ਦੇਸ਼ ਨੂੰ ਦੇ ਸਕੀਏ, ਤੇ ਅਸੀਂ ਕਹਿ ਸਕੀਏ ਕਿ ਸਾਡਾ ਇਹ ਨਾਗਰਿਕ ਜਾ ਰਿਹਾ ਇਹ ਹਰ ਪੱਖੋਂ ਤੰਦਰੁਸਤ ਆ, ਇਹਦੀ ਸਿਹਤ ਵੀ ਠੀਕ ਆ। ਇਹਦੇ ਨਾਲ ਸਿੱਖਿਆ ਨੂੰ ਹੋਰ ਮਤਲਬ ਸਿੱਖਿਆ ਤੇ ਸਿਹਤ ਪ੍ਰਣਾਲੀ ਨੂੰ ਤਕੜਾ ਕਰਨ ਦੀ ਲੋੜ ਆ, ਕਿਉਂਕਿ ਸਿੱਖਿਅਤ ਬੰਦਾ ਜਿਹੜਾ ਉਹਨੂੰ ਆਪਦੇ ਮਾੜੇ ਚੰਗੇ ਦਾ ਜ਼ਿਆਦਾ ਪਤਾ ਹੁੰਦਾ, ਉਹਨੂੰ ਅਨਾਜ ਉਗਾਉਣ ਦੀ ਮਹਾਰਤ ਵੀ ਇੱਕ ਸਿੱਖਿਅਤ ਬੰਦੇ ਨੂੰ ਜ਼ਿਆਦਾ ਹੋ ਸਕਦੀ ਆ। ਉਹ ਸਿੱਖਿਆ ਦੇ ਆਪਣਾ ਪੈਦਾਵਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਇਨਪੁਟਸ ਨੇ ਉਹਨਾਂ ਦੀ ਵੀ ਸੁਚੱਜੀ ਵਰਤੋਂ ਕਰੇਗਾ, ਪਾਣੀ ਦੀ ਦੁਰਵਰਤੋਂ ਨਹੀਂ ਕਰੇਗਾ, ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਨਹੀਂ ਕਰੇਗਾ, ਵਾਤਾਵਰਨ ਵੀ ਪ੍ਰਦੂਸ਼ਿਤ ਹੋਣੋਂ ਬਚੇਗਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਨੂੰ ਸਿੱਖਿਆ ਦੇ ਨਾਲ ਹੱਲ ਕੀਤਾ ਜਾ ਸਕਦਾ। ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ। ਇੱਕ ਸਵਾਲ ਇਹ ਵੀ ਆਉਂਦਾ ਵੀ ਜਦੋਂ ਵੀ ਅਸੀਂ ਜਿਹੜਾ ਫੂਡ ਸਿਕਿਉਰਿਟੀ ਅੰਨ ਸੁਰੱਖਿਆ ਦੀ ਗੱਲ ਕਰਦੇ ਹਾਂ, ਇਹਦਾ ਕੋਈ ਨਾ ਕੋਈ ਆਪਾਂ ਟੀਚਾ ਰੱਖਿਆ। ਜੇ ਆਪਾਂ 1947 ਦੀ ਗੱਲ ਕਰੀਏ, ਅੱਜ ਆਪਾਂ 2023 'ਚ ਪਹੁੰਚ ਗਏ ਹਾਂ। ਆਪਣੇ ਕੋਲ ਟੀਚਾ ਕਿੰਨਾ ਕੁ ਸੀ? ਜਿਹੜੀ ਆਪਾਂ ਅੰਨ ਸੁਰੱਖਿਆ ਦੀ ਗੱਲ ਕਰ ਰਹੇ ਹਾਂ, ਇਹਨੂੰ ਆਪਾਂ ਅੰਨ ਦੀ ਉਪਲਬਧਤਾ ਨਾਲ ਜੋੜ ਕੇ ਕਿੱਦਾਂ ਦੇਖਦੇ ਹਾਂ? ਅੰਨ ਪੈਦਾ ਕਰਨਾ ਹੀ ਤੁਹਾਡੇ ਸਾਹਮਣੇ ਚੁਣੌਤੀ ਨਹੀਂ ਹੋਣਾ ਚਾਹੀਦਾ। ਇਹ ਅੰਨ ਜਿਹੜਾ ਹਰ ਭੁੱਖੇ ਢਿੱਡ 'ਚ ਜਾਵੇ ਤੇ ਮਿਆਰੀ ਅੰਨ ਜਾਵੇ, ਇਹ ਬਹੁਤ ਵੱਡਾ ਮਤਲਬ ਮਸਲਾ। ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਆ ਕਿ ਜਿਹੜਾ ਮੈਂ ਰੋਟੀ ਖਾ ਲਈ ਮੈਂ ਰੱਜ ਗਿਆ, ਤੁਹਾਡਾ ਸਰੀਰ ਜਿਹੜਾ ਉਹ ਢਿੱਡ ਰੱਜਿਆ, ਪਰ ਤੁਹਾਡਾ ਸਰੀਰ ਜਿਹੜਾ ਉਹ ਰੱਜਿਆ ਕਿ ਨਹੀਂ ਰੱਜਿਆ, ਤੁਹਾਡੇ ਸਰੀਰ ਨੂੰ ਹਰ ਉਹ ਤੱਤ ਭਰਪੂਰ ਖੁਰਾਕ ਮਿਲੀ ਹੈ ਕਿ ਨਹੀਂ ਮਿਲੀ, ਇਹ ਵੀ ਮਸਲਾ। ਅਸੀਂ ਜਦੋਂ ਕਿਸੇ ਡਾਕਟਰ ਕੋਲੇ ਜਾਂਦੇ ਆ, ਉਹ ਕਹਿੰਦਾ ਵੀ ਤੈਨੂੰ ਪ੍ਰੋਟੀਨ ਦੀ ਘਾਟ ਆ, ਤੂੰ ਆਂਡੇ ਖਾ, ਪਨੀਰ ਖਾ, ਤੂੰ ਦਾਲਾਂ ਖਾ, ਤੇ ਕੀ ਉਹ ਸਾਰੀਆਂ ਚੀਜ਼ਾਂ ਖਰੀਦ ਕੇ ਖਾਣ ਦੀ ਉਹਦੀ ਖਰੀਦ ਸ਼ਕਤੀ ਵੀ ਉਸ ਸ਼ਹਿਰੀ ਦੀ ਜਾਂ ਨਾਗਰਿਕ ਦੀ ਹੈ ਕਿ ਨਹੀਂ ਹੈ? ਇਹ ਅੱਜ 70-75 ਸਾਲ ਬਾਅਦ ਵੀ ਅਜੇ ਅਸੀਂ ਇਹਦੇ ਬਾਰੇ ਵਿਚਾਰ ਕਰ ਰਹੇ ਹਾਂ। ਤੇ ਸਾਨੂੰ ਲੱਗਦਾ ਕਿ ਜੇ ਅਸੀਂ ਹਿੰਦੁਸਤਾਨ ਦੀ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਕਿਸੇ ਨੂੰ ਵੀ ਭੁੱਖੇ ਨਹੀਂ ਸੌਣ ਦੇਣਾ, ਤੇ ਸਾਨੂੰ ਲੰਮੇ ਸਮੇਂ ਦੀ ਵਿਉਂਤਬੰਦੀ ਕਰਕੇ ਤੇ ਬਹੁਤ ਤਰੱਕੀ ਕੀਤੀ ਆ। ਇਹ ਨਹੀਂ ਹੈ ਵੀ ਤਰੱਕੀ ਨਹੀਂ ਹੋਈ, ਆਜ਼ਾਦੀ ਤੋਂ ਬਾਅਦ ਅਸੀਂ ਬਹੁਤ ਅੱਗੇ ਆ ਗਏ ਆ। ਸਾਡੀਆਂ ਖੇਤੀ ਆਧਾਰਿਤ ਖੋਜਾਂ ਨੂੰ ਹੋਰ ਦਿਸ਼ਾ ਸਿੱਧਤ ਕਰਨ ਦੀ ਲੋੜ ਆ, ਔਰ ਇਹਨਾਂ ਸਾਰੀਆਂ ਖੋਜਾਂ ਦਾ ਆਪਸ ਵਿੱਚ ਅੰਤਰ ਸੰਬੰਧਿਤ ਕਰਨ ਦੀ ਲੋੜ ਆ। ਇਹ ਨਹੀਂ ਵੀ ਇੱਕ ਖੋਜ ਕਰਕੇ ਦੂਜੇ ਨੂੰ ਪ੍ਰਭਾਵਿਤ ਕਰਦੀ ਹੋਵੇ। ਪਾਣੀ ਦੀ ਖੋਜ, ਜਿਵੇਂ ਤੁਸੀਂ ਵਾਤਾਵਰਨ ਤਬਦੀਲੀਆਂ, ਮੌਸਮੀ ਤਬਦੀਲੀਆਂ ਦੀ ਗੱਲ ਕੀਤੀ ਆ, ਉਹਨਾਂ ਦੀ ਖੋਜ, ਫਸਲ ਵਿਗਿਆਨ ਦੀ ਖੋਜ, ਖੇਤੀ ਵਿੱਚ ਵਰਤੀਆਂ ਜਾ ਰਹੀਆਂ ਇਨਪੁਟਸ ਦੀ ਖੋਜ, ਇਹ ਸਾਰੀਆਂ ਇੱਕ ਦੂਜੇ ਨਾਲ ਸੰਬੰਧਿਤ ਹੋ ਕੇ ਕੀਤੀਆਂ ਜਾਣੀਆਂ ਚਾਹੀਦੀਆਂ। ਇੱਕ ਟੀਮ ਸਪਿਰਿਟ ਨਾਲ ਤੇ ਕੋਆਰਡੀਨੇਟਡ ਅਪਰੋਚ ਦੇ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ, ਤਾਂ ਕਿ ਕੋਈ ਵੀ ਖੋਜ ਕਰਨ ਤੋਂ ਬਾਅਦ ਨਾ ਪਤਾ ਲੱਗੇ ਵੀ ਇਹਦਾ ਨੁਕਸਾਨ ਆਏ। ਤੇ ਇਹ ਖੋਜਾਂ ਨੂੰ ਹੋਰ ਫੰਡਿੰਗ ਕਰਨੀ ਚਾਹੀਦੀ ਆ। ਇਹ ਖੋਜਾਂ ਜਿਹੜੀਆਂ ਹੋਰ ਤੇਜ਼ ਕਰਨੀ ਚਾਹੀਦੀਆਂ। ਇਹਨਾਂ ਖੋਜਾਂ ਦੇ ਵਿੱਚ ਕਰਨ ਵਾਲੇ ਖੋਜ ਜਿਹੜੇ ਵਿਗਿਆਨੀ ਆ, ਤੇ ਇਹਨਾਂ ਖੋਜਾਂ ਨੂੰ ਖੇਤ ਤੱਕ ਪਹੁੰਚਾਉਣ ਵਾਲੇ ਖੇਤੀ ਪਸਾਰ ਮਾਹਰ ਆ, ਉਹਨਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਆ। ਕੱਲੇ ਕਿਸਾਨ ਦੀ ਜਿਹੜੀ ਆ ਬਾਂਹ ਫੜਨ ਵਾਸਤੇ ਮਾਹਰਾਂ ਦਾ ਇੱਕ ਵੱਡੀ ਫੌਜ ਜਿਹੜੀ ਆ ਉਹ ਚਾਹੀਦੀ ਹੈ। ਡਾਕਟਰ ਸਾਹਿਬ, ਜੇ ਆਪਾਂ ਦੂਜੇ ਪਾਸੇ ਚੱਲੀਏ, ਅੱਜ ਜੋ ਰੁਝਾਨ ਹੈ ਉਹ ਤਕਰੀਬਨ ਜਿਹੜਾ 99% ਆ ਉਹ ਰਾਅ ਮਟੀਰੀਅਲ ਹੀ ਸੇਲ ਹੋ ਰਿਹਾ, ਤੇ 1% ਅਸੀਂ ਪ੍ਰੋਸੈਸਿੰਗ ਵੱਲ ਹਾਂ। ਕਿਉਂਕਿ ਜੇ ਅਸੀਂ ਵੈਲਿਊ ਐਡੀਸ਼ਨ ਵੱਲ ਜਾਵਾਂਗੇ, ਸਾਨੂੰ ਕੋਲ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਖਰਚੇ ਵੀ ਘਟਣਗੇ, ਪਲੱਸ ਸਾਨੂੰ ਜਿਹੜਾ ਲਾਹਾ ਵੀ ਜਿਹੜਾ ਫਾਇਦਾ ਵੀ ਉਹ ਜ਼ਿਆਦਾ ਮਿਲੇਗਾ। ਤੁਸੀਂ ਐਜ ਏ ਮਾਹਿਰ ਕੀ ਸੋਚਦੇ ਹੋ ਕਿ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਪ੍ਰੋਸੈਸਿੰਗ ਤਕਨੀਕਾਂ ਨੇ, ਉਹਨਾਂ ਦੇ ਨਾਲ ਅਸੀਂ
ਜਿਹੜਾ ਅੰਨ ਦੀ ਸੁਰੱਖਿਆ ਹੈ ਉਹਨੂੰ ਕਿੰਨਾ ਕੁ ਵਧਾ ਸਕਦੇ ਹਾਂ? ਸਾਡੇ ਵੱਡੀ ਆਬਾਦੀ ਜਿਹੜੀ ਆ ਛੋਟਾ ਤੇ ਸਮਾਂਤ ਕਿਸਾਨ ਆ, ਜਿਹਨੂੰ ਸਮਾਲ ਤੇ ਮਾਰਜਨਲ ਕਿਸਾਨ ਕਹਿੰਦੇ ਆ। ਲਗਭਗ 34% ਪੰਜਾਬ ਦੇ ਕਿਸਾਨ ਛੋਟੇ ਤੇ ਸਮਾਂਤ ਨੇ, ਔਰ ਉਹਨਾਂ ਕਿਸਾਨਾਂ ਕੋਲੇ ਸਾਧਨ ਵੀ ਹੋਣੇ, ਕਿਸਾਨ ਕਹਿ ਸਕਦੇ ਉਹਨਾਂ ਨੂੰ, ਜਿਨ੍ਹਾਂ ਕੋਲੇ ਪੈਦਾ ਕਰਨ ਲਈ ਵੀ ਅਜੇ ਸਾਧਨ ਪੂਰੇ ਨਹੀਂ ਗੇ। ਔਰ ਜਿੰਨੀ ਮਹਿੰਗੀ ਮਸ਼ੀਨਰੀ ਤੇ ਜਿੰਨੀਆਂ ਮਹਿੰਗੀਆਂ ਇਨਪੁਟਸ ਨੇ ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਆ। ਸੋ ਇੱਕ ਤਾਂ ਸਿਸਟਮ ਨੂੰ ਥੋੜਾ ਜਿਹਾ ਸਹਿਕਾਰੀ ਬਣਾਉਣ ਦੀ ਲੋੜ ਆ ਕਿ ਜਿਹੜੀ ਖੇਤੀ ਆ ਉਹਦੇ ਵਿੱਚ ਜਿਹੜੀ ਵਰਤੀ ਜਾਂਦੀ ਮਸ਼ੀਨਰੀ ਆ ਉਹ ਸਾਂਝੇ ਤੌਰ ਤੇ ਵਰਤੀ ਜਾਵੇ, ਹਰ ਇੱਕ ਨੂੰ ਵੱਖਰਾ ਟਰੈਕਟਰ ਤੇ ਵੱਖਰੀ ਮਸ਼ੀਨਰੀ ਨਾਲ ਲੈਣੀ ਪਵੇ। ਦੂਸਰੀ ਜਿਹੜੀ ਗੱਲ ਆ ਕਿ ਜਿਹੜੀ ਪ੍ਰੋਸੈਸਿੰਗ ਆ, ਵੈਲਿਊ ਐਡੀਸ਼ਨ ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ, ਵੀ ਕੋਈ ਚੀਜ਼ ਨੂੰ ਕੱਚਾ ਨਹੀਂ ਖਾਣਾ, ਨਾ ਸਿਰਫ ਪੈਦਾ ਕਰਕੇ ਛੱਡ ਦੇਣਾ। ਜਿਹੜਾ ਪੈਦਾ ਕਰਨ ਵਾਲਾ ਵਾ ਉਹਨੂੰ ਉਹਦੀਆਂ ਸਾਰੀਆਂ ਬਰੀਕੀਆਂ ਬਾਰੇ ਗਿਆਨ ਹੁੰਦਾ। ਇਸ ਕਰਕੇ ਜਿਹੜੀ ਪ੍ਰੋਸੈਸਿੰਗ ਆ ਉਹ ਸਿਰਫ ਵੱਡੇ ਧਨਾੜ ਸਰਮਾਏਦਾਰ ਹੀ ਨਾ ਕਰਨ, ਵੱਡੇ ਮਤਲਬ ਬਿਜ਼ਨਸਮੈਨ ਹੀ ਨਾ ਕਰਨ। ਜਿਹੜੀ ਪ੍ਰੋਸੈਸਿੰਗ ਆ ਉਹ ਪਿੰਡ ਪੱਧਰ ਤੇ ਕਿਸਾਨ ਪੱਧਰ ਤੇ ਵੀ ਉਤਸ਼ਾਹਿਤ ਕਰਨ ਦੀ ਲੋੜ ਆ ਉਹਨੂੰ, ਪ੍ਰੋਸੈਸਿੰਗ ਨੂੰ। ਤੇ ਉਹ ਜਿਹੜੀ ਜਿਵੇਂ ਸੂਜੀ ਆ ਕਣਕ ਤੋਂ ਬਣਦੀ ਆ, ਤੇ ਸੂਜੀ ਕਣਕ ਨਾਲੋਂ ਕਣਕ ਦੇ ਆਟੇ ਨੂੰ ਕਿੰਨੀ ਮਹਿੰਗੀ ਮਿਲਦੀ ਆ, ਮੈਦਾ ਕਣਕ ਤੋਂ ਬਣਦਾ ਤੇ ਕਿੰਨਾ ਮਹਿੰਗਾ ਮਿਲਦਾ। ਤੇ ਉਹ ਮੈਦਾ ਤੇ ਸੂਜੀ ਆਪਾਂ ਸਾਰੇ ਘਰਾਂ 'ਚ ਵਰਤਦੇ ਵੀ ਆ। ਸੋ ਇਸ ਕਰਕੇ ਇਸੇ ਤਰ੍ਹਾਂ ਦਾਲਾਂ ਨੇ, ਦਾਲਾਂ ਨੂੰ ਪੋਲਿਸ਼ ਕਰਨਾ, ਦਾਲਾਂ ਨੂੰ ਗ੍ਰੇਡਿੰਗ ਕਰਨਾ, ਉਹ ਸਾਰਾ ਕੁਝ ਛੋਟੇ ਪੱਧਰ ਤੇ ਬੜੇ ਸੀਮਿਤ ਖਰਚੇ ਦੇ ਨਾਲ ਹੋ ਸਕਦਾ। ਇਹਦੀਆਂ ਜਿਹੜੀਆਂ ਟ੍ਰੇਨਿੰਗਸ ਨੇ ਕਿਸਾਨਾਂ ਨੂੰ, ਉਹ ਅਸੀਂ ਸਾਡੇ ਕੋਲ ਇੱਕ ਆਤਮਾ ਸਕੀਮ ਆ, ਉਹਦੇ ਰਾਹੀਂ ਜਿੱਥੇ ਜਿੱਥੇ ਵੀ ਉਪਲਬਧ ਆ, ਜਿਵੇਂ ਲੁਧਿਆਣੇ ਸਿਫਟ ਆ, ਉਹਦੇ ਵਿੱਚ ਟ੍ਰੇਨਿੰਗ ਦਵਾ ਸਕਦੇ ਆ। ਜਿਹੜੇ ਹੋਰ ਟ੍ਰੇਨਿੰਗ ਦੇ ਅਦਾਰੇ ਨੇ ਕੇਂਦਰੀ ਜਾਂ ਸੂਬੇ ਦੇ ਅੰਦਰ, ਉਹਨਾਂ ਦੇ ਵਿੱਚ ਅਸੀਂ ਕਿਸਾਨਾਂ ਨੂੰ ਇਸੇ ਸਕੀਮ ਤੱਕ ਭੇਜ ਕੇ ਟ੍ਰੇਨ ਕਰ ਸਕਦੇ ਆ, ਤਾਂ ਕਿ ਉਹ ਆਪਣੇ ਘਰ ਪੱਧਰ ਤੇ ਜਾਂ ਪਿੰਡ ਦੀ ਸਹਿਕਾਰੀ ਸਭਾ ਦੇ ਪੱਧਰ ਤੇ ਗਰੁੱਪ ਬਣਾ ਕੇ ਤੇ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਤੇ ਉਸ ਪਿੰਡ ਦੀਆਂ ਜਾਂ ਇਲਾਕੇ ਦੇ ਹੋਰ ਪਿੰਡਾਂ ਦੀਆਂ ਲੋੜਾਂ ਮੁਤਾਬਕ ਜਿਹੜੀ ਆ ਉਹਨਾਂ ਨੂੰ ਹਰ ਚੀਜ਼ ਸਸਤੇ ਭਾਅ ਤੇ ਔਰ ਮਿਆਰੀ ਔਰ ਖਾਣਯੋਗ ਜਿਹੜੀ ਆ ਉਪਲਬਧ ਕਰਾ ਸਕਣ। ਇਹ ਪੱਖ ਬਹੁਤ ਵੱਡਾ ਵਾ ਜਿਹੜਾ ਵੈਲਿਊ ਐਡੀਸ਼ਨ ਵਾਲਾ। ਇੱਕ ਦੂਜੀ ਗੱਲ ਵੀ ਕੁਝ ਸਬਜ਼ੀਆਂ ਜਾਂ ਕੁਝ ਫਲ ਜਾਂ ਕੁਝ ਚੀਜ਼ਾਂ ਜਿਹੜੀਆਂ ਨੇ ਇਹ ਸੀਜ਼ਨ 'ਚ ਮਿਲਦੀਆਂ ਨੇ, ਉਹ ਸਾਰਾ ਸਾਲ ਨਹੀਂ ਮਿਲਦੀਆਂ, ਲੇਕਿਨ ਉਹਨਾਂ ਦੀ ਲੋੜ ਸਰੀਰ ਨੂੰ ਸਾਰਾ ਸਾਲ ਆ। ਫਿਰ ਉਹ ਚੀਜ਼ਾਂ ਜਦੋਂ ਆਫ ਸੀਜ਼ਨ ਹੁੰਦਾ ਬਹੁਤ ਮਹਿੰਗੀਆਂ ਹੋ ਜਾਂਦੀਆਂ। ਇਸ ਕਰਕੇ ਜੇ ਆਪਾਂ ਵੈਲਿਊ ਐਡੀਸ਼ਨ ਕਰ ਲਾਂਗੇ, ਟਮਾਟਰਾਂ ਤੋਂ ਟਮਾਟਰ ਦੀ ਪਿਓਰੀ ਬਣਾ ਲਾਂਗੇ, ਇਸ ਤਰ੍ਹਾਂ ਹੋਰ ਚੀਜ਼ਾਂ ਨੂੰ ਪ੍ਰੀਜ਼ਰਵ ਕਰ ਲਾਂਗੇ, ਤੇ ਉਹ ਚੀਜ਼ਾਂ ਜਿਹੜੀਆਂ ਨੇ ਪ੍ਰੋਸੈਸ ਕੀਤੀਆਂ ਹੋਈਆਂ ਚੀਜ਼ਾਂ ਦੀ ਕੁਆਲਿਟੀ ਵੀ ਨਹੀਂ ਘਟੇਗੀ ਔਰ ਸਾਨੂੰ ਸਾਰਾ ਸਾਲ ਨਿਊਟ੍ਰੀਸ਼ੀਅਸ ਡਾਈਟ ਜਿਹੜੀ ਆ ਉਹ ਮਿਲਦੀ ਰਹੇਗੀ। ਸਾਡਾ ਸਰੀਰ ਵੀ ਤੰਦਰੁਸਤ ਰਹੇਗਾ, ਸਾਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਤੇ ਅਸੀਂ ਸਿਹਤਮੰਦ ਹੋ ਕੇ ਸਾਡੇ ਖਰਚੇ ਵੀ ਬਚਣਗੇ। ਦੱਸੋ, ਇੱਕ ਅਹਿਮ ਸਵਾਲ ਹੈ ਵੀ ਜਦੋਂ ਵੀ ਅਸੀਂ ਕੋਈ ਵੀ ਸਕੀਮ ਪਬਲਿਕ ਡਿਸਟ੍ਰੀਬਿਊਸ਼ਨ ਦੇ ਰਾਹੀਂ ਆਪਾਂ ਐਂਡ ਯੂਜ਼ਰ ਤੱਕ ਪਹੁੰਚਾਉਣੀ ਆ, ਹੁਣ ਉਹ ਜਿਹੜਾ ਲਾਭਪਾਤਰੀ ਉਹਦੀ ਚੋਣ ਕਰਨੀ ਇੱਕ ਬੜੀ ਵੱਡੀ ਪ੍ਰਕਿਰਿਆ ਹੈ। ਜਿਹੜੇ ਪੁਰਾਣੇ ਲਾਭਪਾਤਰੀ ਸੀਗੇ ਉਹਨਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਤੇ ਨਵਾਂ ਜਿਹੜੇ ਲਾਭਪਾਤਰੀ ਜੀ ਅੱਜ ਕੋਈ ਅਪਡੇਟ ਹੋਇਆ ਉਹਦੇ ਵਿੱਚ ਵੀ ਕੋਈ ਚੇਂਜ ਆਇਆ? ਜਿਹੜੀਆਂ ਸਕੀਮਾਂ ਨੇ ਉਹ ਬਣਦਿਆਂ ਸਾਰੀ ਹੂਬਹੂ ਲਾਗੂ ਨਹੀਂ ਹੋ ਜਾਂਦੀਆਂ। ਉਹਨਾਂ 'ਚ ਜੇ ਕੋਈ ਸਮੱਸਿਆ ਆਉਂਦੀ ਆ ਲਾਭਪਾਤਰੀ ਦੇ ਪੱਧਰ ਤੇ ਉਹਦਾ ਬਕਾਇਦਾ ਰਿਵਿਊ ਕਰਦੀਆਂ ਰਹੀਆਂ ਸਮੇਂ-ਸਮੇਂ ਤੇ ਸਰਕਾਰਾਂ, ਔਰ ਰਿਵਿਊ ਕਰਕੇ ਉਹਦੇ ਸੋਧਾਂ ਕਰਦੀਆਂ ਰਹੀਆਂ। ਤੇ ਰਾਸ਼ਨ ਕਾਰਡ ਦੀ ਆਈ ਵੀ ਇੱਕ ਰਾਸ਼ਨ ਕਾਰਡ ਹੀ ਪਹਿਲਾਂ ਇੱਕ ਤਰ੍ਹਾਂ ਦਾ ਪਛਾਣ ਪੱਤਰ ਹੁੰਦਾ ਸੀਗਾ, ਤੇ ਰਾਸ਼ਨ ਕਾਰਡ ਬਣੇ। ਰਾਸ਼ਨ ਕਾਰਡ ਤੋਂ ਬਾਅਦ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ ਲੋਕ ਸੀ ਉਹਨਾਂ ਦੇ ਪੀਲੇ ਕਾਰਡ ਬਣੇ, ਔਰ ਉਹ ਬਕਾਇਦਾ ਤੌਰ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜ਼ਿਲ੍ਹਾ ਜਿਹੜਾ ਫੂਡ ਸਪਲਾਈ ਕੰਟਰੋਲਰ ਆ ਉਹਦੇ ਦਫ਼ਤਰ ਰਾਹੀਂ ਬਣਦੇ ਆ। ਤੇ ਉਹਦੇ ਵਿੱਚ ਜੇ ਕੋਈ ਬੰਦਾ ਜਾਂ ਲਾਭਪਾਤਰੀ ਜਿਹੜਾ ਵਾ ਆਪਦਾ ਐਡਰੈਸ ਵੀ ਚੇਂਜ ਕਰਨਾ ਚਾਹੁੰਦਾ, ਉਹਦੇ ਵਾਸਤੇ ਹੈਗਾ ਪਹਿਲਾ ਕਾਰਡ ਸਰੈਂਡਰ ਕਰੋ, ਨਵੇਂ ਥਾਂ ਜਾ ਕੇ ਕਾਰਡ ਬਣਾ ਲਓ। ਤੇ ਇਹ ਜਿਹੜੀ ਇਹ ਹੈਗੀ, ਇਹਦੇ 'ਚ ਮੇਨ ਗੱਲ ਇਹਦੇ 'ਚ ਇਹ ਆ ਕਿ ਤੁਸੀਂ ਨਜਾਇਜ਼ ਤੇ ਜਿਹੜੇ ਉਸ ਕੈਟਾਗਰੀ 'ਚ ਕਵਰ ਨਹੀਂ ਹੁੰਦੇ ਲੋਕ, ਉਹਨਾਂ ਨੂੰ ਮਨਫੀ ਕਰਨ ਦੀ ਲੋੜ ਆ। ਕੋਈ ਇਹਨਾਂ ਸਕੀਮਾਂ ਦਾ ਜਿਹੜਾ ਉਸ ਸਕੀਮ ਦੀਆਂ ਗਾਈਡਲਾਈਨ ਨੂੰ ਮਤਲਬ ਦੇ ਅੰਡਰ ਕਵਰ ਨਹੀਂ ਹੁੰਦਾ, ਉਹ ਬੰਦਾ ਇਹਦਾ ਲਾਭ ਨਾ ਲਵੇ। ਇੱਕ ਤਾਂ ਉਹਨਾਂ ਨੂੰ ਮਨਫੀ ਕਰਨ ਦੀ ਲੋੜ ਆ, ਇੱਕ ਜਿਹੜੇ ਬੰਦੇ ਜਾਇਜ਼ ਨੇ ਉਹਨਾਂ ਨੂੰ ਸਹੀ ਸਮੇਂ ਤੇ ਸਕੀਮਾਂ ਦੀਆਂ ਗਾਈਡਲਾਈਨ ਮੁਤਾਬਕ ਜਿਹੜਾ ਵਾ ਉਹ ਫੂਡ ਆਈਟਮਸ ਮਿਲਣ, ਤੇ ਉਹਦੇ ਨਾਲ ਜਿਹੜਾ ਸਕੀਮ ਆ ਹੋਰ ਤਗੜੀ ਹੋ ਕੇ ਨਿਕਲੇਗੀ। ਸੁਣਿਆ ਸੀ ਪੁਰਾਣੇ ਸਮੇਂ ਵਿੱਚ ਰੋਟੀ ਕੱਪੜਾ ਔਰ ਮਕਾਨ, ਕਿ ਰੋਟੀ ਕੱਪੜੇ ਔਰ ਮਕਾਨ ਦੇ ਨਾਲ ਸਾਡੀਆਂ ਹੋਰ ਵੀ ਸਮੇਂ ਦੇ ਹਿਸਾਬ ਨਾਲ ਜ਼ਰੂਰਤਾਂ ਵਾ ਜਿਹੜੀਆਂ ਉਹ ਬਦਲ ਰਹੀਆਂ, ਔਰ ਸਮਾਂ ਜਿੱਦਾਂ ਬਦਲ ਰਿਹਾ, ਜ਼ਰੂਰਤਾਂ ਬਦਲ ਰਹੀਆਂ, ਇੱਦਾਂ ਜਿਹੜਾ ਇਨਸਾਨ ਆ ਉਹ ਤਰੱਕੀ ਕਰ ਰਿਹਾ, ਔਰ ਮਾਹਿਰਾਂ ਦੇ ਨਾਲ ਜੁੜ ਕੇ ਜਿਹੜਾ ਆ ਕਿਸਾਨ ਵੀ ਜਿਹੜਾ ਇਹਦਾ ਫਾਇਦਾ ਲੈ ਰਹੇ ਨੇ। ਡਾਕਟਰ ਸਾਹਿਬ, ਤੁਸੀਂ ਭਾਰਤ ਦੀ ਅੰਨ ਸੁਰੱਖਿਆ ਤੇ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।